ਮਰਮਰ ਇੱਕ ਬਣਾਵਣ ਸ਼ੀਸ਼ਾ ਤੇ ਮਾਰ ਵੱਟਾ ਇੱਕ ਭੰਨ ਦੇ। ਦੁਨੀਆ ਅੰਦਰ ਥੋੜੇ ਰਹਿ ਗਏ ਕਦਰ ਸ਼ਿਨਾਸ ਸੁਖਨ ਦੇ। ਹੁੰਦਾ ਤਾਂ ਇਦਾਂ ਹੀ ਹੈ ਕਿ ਕਈ ਵਾਰ ਕਿਸੇ ਹੁਨਰਮੰਦ ਦਾ ਮੁੱਲ ਨਹੀਂ ਪੈਂਦਾ। ਅਜਿਹਾ ਹੀ ਹੋਇਆ ਹੈ ਕ੍ਰਿਕਟ ਖੇਡਦੇ ਇਸ ਨੌਜਵਾਨ ਖਿਡਾਰੀ ਸੋਨੀ ਸਹੋਤਾ ਨਾਲ। ਇੰਡੀਆ ਟੀਮ ਲਈ ਇਸ ਦੀ ਚੋਣ ਹੋਈ ਸੀ। ਨੈਸ਼ਨਲ ਪੱਧਰ ਤੱਕ ਖੇਡਿਆ, ਪਰ ਘਰ ਦੀ ਗਰੀਬੀ ਕਾਰਨ ਕਿਸੇ ਫੈਕਟਰੀ 'ਚ ਮਜ਼ਦੂਰੀ ਕਰਦਾ ਸੀ ਤਾਂ ਸੱਜਾ ਹੱਥ ਮਸ਼ੀਨ 'ਚ ਆ ਕੇ ਵੱਢਿਆ ਗਿਆ। ਸਾਲ ਡੇਢ ਸਾਲ ਤੱਕ ਬਹੁਤ ਮਾੜੇ ਹਾਲਾਤਾਂ 'ਚੋਂ ਲੰਘਿਆ, ਹਿੰਮਤ ਨਹੀਂ ਹਾਰੀ। ਫਿਰ ਇੱਕ ਦਿਨ ਹਿੰਮਤ ਨੇ ਅਜਿਹਾ ਵਲਵਲਾ ਲਿਆ ਕਿ ਉਹ ਫਿਰ ਇੱਕ ਵਾਰ ਮੈਦਾਨ 'ਚ ਆ ਕੁੱਦਿਆ। ਫਿਰ ਪਿਛਾਂਹ ਮੁੜ ਕੇ ਨਾ ਵੇਖਿਆ। ਪਰ ਵਿਕਲਾਂਗ ਹੋਣਾ ਵੀ ਤਾਂ ਉਸਦੇ ਆੜੇ ਨਾ ਆਇਆ ਤੇ ਉਹ ਲਗਾਤਾਰ ਹਿੰਮਤ ਨਾਲ ਅਜਿਹੇ ਆਪਣੇ ਵਰਗੇ ਖਿਡਾਰੀਆਂ ਦੇ ਟੂਰਨਾਮੈਂਟਾਂ ਦਾ ਹਿੱਸਾ ਬਣ ਆਪਣੀ ਖੇਡ ਦੇ ਜ਼ੋਰ ਵਿਖਾਉਂਦਾ ਰਿਹਾ। ਪਰ ਢਿੱਡ ਦੀ ਭੁੱਖ ਘਰ ਚਲਾਵੇ ਤਾਂ ਕਿੱਦਾਂ? ਮਜਬੂਰਨ ਉਸ ਨੂੰ ਫਾਸਟ ਫੂਡ ਦੀ ਰੇਹੜੀ ਲਾਉਣੀ ਪੈ ਰਹੀ ਹੈ। ਸਰਕਾਰ ਦੇ ਖੇਡ ਮੰਤਰੀ ਕੋਲ ਵੀ ਗੁਹਾਰ ਲਾਈ ਕਿ ਉਸ 'ਚ ਖੇਡਣ ਦੀ ਹਿੰਮਤ ਹੈ, ਪਰ ਕੋਈ ਮਦਦ ਲਈ ਅੱਗੇ ਨਾ ਆਇਆ। ਇੱਕ ਕਮਰੇ ਦਾ ਉਸ ਦਾ ਘਰ ਹੈ ਜਿੱਥੇ ਜਿੱਤੇ ਹੋਏ ਮੋਮੈਂਟੋ, ਮੈਡਲ, ਸ਼ੀਲਡਾਂ ਤੇ ਸਰਟੀਫਿਕੇਟ ਹਨ। ਅਖਬਾਰਾਂ 'ਚ ਲੱਗੀਆਂ ਉਸ ਦੀਆਂ ਖੇਡ ਪ੍ਰਾਪਤੀ ਦੀਆਂ ਤਸਵੀਰਾਂ ਨੇ, ਪਰ ਉਹ ਭਲੇ ਦਿਨਾਂ ਦੀ ਆਸ ਵਿੱਚ ਸਰਕਾਰਾਂ ਤੇ ਮਦਦਗਾਰਾਂ ਵੱਲ ਵੇਖ ਰਿਹਾ ਹੈ। ਕਾਸ਼ ਉਹ ਵੀ ਮੂੰਹ 'ਚ ਸੋਨੇ ਦਾ ਚਮਚਾ ਲੈ ਕੇ ਜੰਮਿਆ ਹੁੰਦਾ ਤਾਂ ਗਰੀਬੀ ਦੀ ਡੈਣ ਉਸ ਦੇ ਆੜੇ ਨਾ ਆਉਂਦੀ। ਇਹ ਹੋਣਹਾਰ ਖਿਡਾਰੀ ਸੋਨੀ ਸਹੋਤਾ ਅੱਜ ਵੀ ਕ੍ਰਿਕਟ ਦੇ ਮੈਦਾਨ 'ਚ ਇੱਕ ਹੱਥ ਨਾਲ ਖੇਡ ਕੇ ਚੌਕੇ ਛੱਕੇ ਮਾਰ ਰਿਹਾ ਹੈ। ਇਸ ਦੀ ਫੁਰਤੀ ਵੇਖ ਕੇ ਇੰਜ ਨਹੀਂ ਲੱਗਦਾ ਕਿ ਇਹ ਸਰੀਰਕ ਤੌਰ ਤੇ ਕਿਸੇ ਪਾਸੋਂ ਹੀਣਾ ਹੈ। ਆਓ ਫਿਰ ਉਸ ਕੋਲੋਂ ਹੀ ਜਾਣਦੇ ਹਾਂ ਉਸ ਦੀ ਜ਼ਿੰਦਗੀ ਦਾ ਹਾਲ। ਦੋਸਤੋ, ਜ਼ਿੰਦਗੀ ਦੇ ਵਿੱਚ ਕੁਝ ਲੋਕ ਅਜਿਹੇ ਹਿੰਮਤੀ ਹੁੰਦੇ ਆ ਕਿ ਚਾਹੇ ਲੱਖ ਮੁਸੀਬਤਾਂ ਆ ਜਾਣ, ਉਹ ਕਦੇ ਵੀ ਹਿੰਮਤ ਨਹੀਂ ਹਾਰਦੇ। ਅੱਜ ਵੀ ਇੱਕ ਅਜਿਹੇ ਹੀ ਇਨਸਾਨ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਸ ਦਾ ਨਾਂ ਸੋਨੀ ਸਹੋਤਾ ਆ। ਬਹੁਤ ਵਧੀਆ ਕਦੇ ਕ੍ਰਿਕਟ ਖੇਡਦਾ ਹੁੰਦਾ ਸੀ, ਪਰ ਅਚਾਨਕ ਇੱਕ ਦਿਨ ਹਾਦਸਾ ਹੋ ਜਾਂਦਾ ਤਾਂ ਉਸ ਦਾ ਸੱਜਾ ਹੱਥ ਕੱਟਿਆ ਜਾਂਦਾ ਹੈ। ਕੁਛ ਚਿਰ ਬ੍ਰੇਕ ਲੱਗੀ ਪਰ ਹਿੰਮਤ ਨਹੀਂ ਹਾਰੀ। ਇਸ ਹਿੰਮਤ ਦੇ ਨਾਲ ਹੀ ਉਸਨੇ ਫਿਰ ਅੱਗੇ ਇੱਕ ਕਦਮ ਪੁੱਟਿਆ ਤਾਂ ਫਿਰ ਦਿਵਿਆਂਗ ਜੋ ਕ੍ਰਿਕਟ ਸੀ ਉਸ ਦੇ ਵਿੱਚ ਸ਼ਾਮਲ ਹੋ ਗਿਆ। ਨੈਸ਼ਨਲ ਪੱਧਰ ਤੱਕ ਉਸਨੇ ਆਪਣਾ ਮੁਕਾਮ ਬਣਾਇਆ। ਨੈਸ਼ਨਲ ਪੱਧਰ ਦੇ ਉੱਪਰ ਉਹ ਖੇਡਿਆ ਔਰ ਕਹਿ ਸਕਦੇ ਹਾਂ ਕਿ ਇੰਨੀਆਂ ਕੁ ਸਟੇਟਾਂ ਦੇ ਵਿੱਚ ਜਾ ਕੇ ਖੇਡ ਚੁੱਕਿਆ। ਪਰ ਜੇ ਨਹੀਂ ਫੜੀ ਬਾਂਹ ਤੇ ਸਾਡੀਆਂ ਸਰਕਾਰਾਂ ਨੇ ਨਹੀਂ ਫੜੀ, ਨਹੀਂ ਗੱਲ ਕੀਤੀ ਉਸ ਦੀ ਤਾਂ ਸਰਕਾਰਾਂ ਨੇ ਨਹੀਂ ਕੀਤੀ। ਅੱਜ ਵੀ ਉਸ ਆਸ ਦੇ ਵਿੱਚ ਉਹ ਬੈਠਾ ਹੈ ਕਿ ਕਾਸ਼ ਸਰਕਾਰਾਂ ਉਸ ਦੀ ਬਾਂਹ ਫੜ ਲੈਣ, ਸਰਕਾਰਾਂ ਦੇ ਵੱਲੋਂ ਕਿਸੇ ਤਰੀਕੇ ਦੀ ਮਦਦ ਕੀਤੀ ਜਾਵੇ। ਤਾਂ ਸੋਨੀ ਸਹੋਤਾ ਸਾਡੇ ਨਾਲ ਹੈ। ਬਾਕੀ ਸਾਰੀਆਂ ਗੱਲਾਂ ਅਸੀਂ ਸੋਨੀ ਸਹੋਤਾ ਦੇ ਨਾਲ ਹੀ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਆਖਰ ਸਾਰਾ ਕੀ ਮਾਜਰਾ ਸੀ, ਕਿਸ ਤਰੀਕੇ ਨਾਲ ਜ਼ਿੰਦਗੀ 'ਚ ਇੰਨੇ ਉਤਰਾਅ ਚੜ੍ਹਾਅ ਆਏ। ਤਾਂ ਔਨ ਏਅਰ ਦੇਖ ਰਹੇ ਹੋ ਤੁਸੀਂ, ਮੈਂ ਹਾਂ ਕਮਲਜੀਤ ਸਿੱਧੂ ਤੇ ਗੱਲ ਕਰਦੇ ਹਾਂ ਸ਼ੁਰੂਆਤ ਤੋਂ। ਸੋਨੀ, ਸੁਣਿਆ ਕਾਫੀ, ਅਸੀਂ ਸੁਣ ਕੇ ਹੀ ਆਏ ਸੀਗੇ ਕਿ ਸੋਨੀ ਨਾਲ ਗੱਲਬਾਤ ਕੀਤੀ ਜਾਵੇ। ਇਹ ਜਦੋਂ ਖੇਡਣ ਦੀ ਸ਼ੁਰੂਆਤ ਹੋਈ ਹੈ, ਕਿੰਨੇ ਕੁ ਚਾਅ ਵਲਵਲੇ ਸੀਗੇ ਪਹਿਲਾਂ ਜਦੋਂ ਇਹ ਹਾਦਸਾ ਹੁੰਦਾ? ਉਸ ਤੋਂ ਪਹਿਲਾਂ ਕਿਸ ਤਰੀਕੇ ਜ਼ਿੰਦਗੀ ਚੱਲ ਰਹੀ ਸੀ? ਉਸ ਤਰੀਕੇ ਦਾ ਦੇਖੋ, ਉਦੋਂ ਨਿਆਣਮਤ ਸੀਗੀ, ਬੱਚਿਆਂ ਦੇ ਵਿੱਚ ਖੇਡਦੇ ਸੀਗੇ ਅਤੇ ਪਿੰਡ ਦੇ ਮੁੰਡੇ ਸੀਗੇ, ਸਾਰਿਆਂ ਚਾਅ ਹੁੰਦਾ ਸੀਗਾ ਵੀ ਅੱਜ ਕਿ ਜਦੋਂ ਵੀ ਕੋਈ ਟੂਰਨਾਮੈਂਟ ਆਉਂਦਾ ਸਾਨੂੰ ਚਾਅ ਚੜ੍ਹਦਾ ਸੀਗਾ, ਕਿਉਂਕਿ ਕ੍ਰਿਕਟ ਸਾਨੂੰ ਇੰਨੀ ਪਿਆਰੀ ਸੀਗੀ। ਧੁੱਪ ਦੇ ਵਿੱਚ ਵੀ ਖੇਡੀ ਜਾਣਾ, ਨਾ ਮੀਂਹ ਦੇਖਣਾ ਨਾ ਹਨੇਰੀ ਦੇਖਣੀ, ਸਾਰਾ ਦਿਨ ਕ੍ਰਿਕਟ ਦੇ ਪਿੱਛੇ ਫਿਰੀ ਜਾਂਦੇ ਤੇ ਬੈਠ ਜਾ ਕੇ। ਅਤੇ ਉਸ ਟਾਈਮ ਜਿੱਦਾਂ ਵੀ ਜਿਵੇਂ ਨਾਨਕੇ ਜਾਣ ਦਾ ਚਾਅ ਹੁੰਦਾ, ਉਹਨਾਂ ਚਾਅ ਹੁੰਦਾ ਸੀਗਾ ਸਾਨੂੰ ਉੱਥੇ ਟੂਰਨਾਮੈਂਟ ਖੇਡਣ ਜਾਣਾ। ਹਾਂਜੀ। ਤੇ ਉਦੋਂ ਪੰਜਾਬ ਦੇ ਵਿੱਚ ਕਿ ਦੂਰ ਦੂਰ ਤੱਕ ਖੇਡੇ ਜਾਂ ਪੰਜਾਬ ਤੋਂ ਬਾਹਰ ਗਏ ਹੋ? ਨਹੀਂ, ਉਦੋਂ ਜਦੋਂ ਜਰਨਲ ਸੀ, ਜਦੋਂ ਮੇਰਾ ਹੱਥ ਠੀਕ ਸੀਗਾ, ਉਦੋਂ ਪਹਿਲਾਂ ਪਿੰਡਾਂ ਦੇ ਵਿੱਚ ਜਿਹੜੇ ਲੋਕਲ ਟੂਰਨਾਮੈਂਟ ਹੁੰਦੇ ਸੀਗੇ ਉਹ ਖੇਡਦੇ ਸੀਗੇ ਜੀ। ਅਤੇ ਹੌਲੀ ਹੌਲੀ ਫਿਰ ਜਦੋਂ ਲੈਦਰ 'ਤੇ ਖੇਡਣ ਲੱਗ ਗਿਆ ਸੀਗਾ, ਫਿਰ ਸ਼ੇਰੇ ਪੰਜਾਬ ਦਾ ਕਲੱਬ ਸੀਗਾ ਜਰਨਲ ਦਾ, ਅਤੇ ਉਸ ਦੇ ਵੱਲੋਂ ਵੀ ਮੈਂ ਦਿੱਲੀ ਅਤੇ ਜੈਪੁਰ ਖੇਡ ਗਿਆ ਸੀਗਾ। ਉਹ ਮੇਰੇ ਪਹਿਲੇ ਟੂਰ ਸੀਗੇ ਜੋ ਸਟੇਟ ਤੋਂ ਬਾਹਰ ਸੀਗੇ ਜੀ, ਉਹ ਵੀ ਲੈਦਰ 'ਤੇ। ਹਾਂਜੀ। ਤੇ ਫਿਰ ਪਰਿਵਾਰ ਪੱਖੋਂ ਕਿੰਨੀ ਕੁ ਸਪੋਰਟ ਸੀਗੀ? ਪਰਿਵਾਰ ਦੇ ਕੀ ਹਾਲਾਤ ਰਹੇ ਆ? ਪਰਿਵਾਰ ਵੱਲੋਂ ਕ੍ਰਿਕਟ ਨੂੰ ਤਾਂ ਮੇਰੀ ਪੂਰੀ ਸਪੋਰਟ ਸੀਗੀ। ਹਾਂਜੀ, ਕਦੇ ਚਲੋ ਥੋੜ੍ਹਾ ਬਹੁਤ ਝਿੜਕਦੇ ਰਹਿੰਦੇ ਨੇ ਵੀ ਕੰਮ ਵੀ ਕਰ ਲੈ ਕੋਈ, ਇਹ ਉਹ, ਕਿਉਂ ਪਰ ਗੇਮ ਆ ਕ੍ਰਿਕਟ ਨਹੀਂ ਛੁੱਟੀ ਸ਼ੁਰੂ ਤੋਂ ਲੈ ਕੇ ਅੱਜ ਤੱਕ। ਹੁਣ ਵੀ ਕ੍ਰਿਕਟ ਦੇ ਵਿੱਚ ਪੂਰਾ ਜਿੰਨਾ ਜ਼ੋਰ ਹੈਗਾ ਉਹਨਾਂ ਲਾਈਦਾ। ਅਤੇ ਪਰ ਘਰਦਿਆਂ ਨੇ ਮੈਨੂੰ ਗੇਮ ਪ੍ਰਤੀ ਕਦੇ ਨਹੀਂ ਰੋਕਿਆ ਜੀ। ਹਾਂਜੀ। ਤੇ
ਜਦੋਂ ਤੁਸੀਂ ਫਿਰ ਪਿੰਡ ਦੇ ਵਿੱਚ ਖੇਡਦੇ ਸੀਗੇ, ਸਾਥੀ ਜਿਹੜੇ ਨਾਲ ਸੀਗੇ, ਫਿਰ ਟੀਮ ਬਣਾਈ ਹੋਈ ਸੀਗੀ, ਕਿੱਥੋਂ ਕਿੱਥੋਂ ਤੱਕ ਖੇਡ ਕੇ ਆਏ? ਹਾਂਜੀ, ਸਾਡੀ ਟੀਮ ਬਣੀ ਹੋਈ ਸੀਗੀ ਬਤੌਸ਼ੀ ਕਲਾਂ ਦੀ, ਤੇ ਪਿਓਰ ਇੱਕ ਪਿੰਡ ਦੀ ਵਧੀਆ, ਸਾਡੇ ਪਿੰਡ ਦੀ ਵਧੀਆ ਟੀਮ ਸੀਗੀ, ਤੇ ਇਲਾਕੇ ਵਿੱਚ ਨਾਮ ਸੀਗਾ ਬਤੌਸ਼ੀ ਟੀਮ ਵਧੀਆ, ਕਿਉਂਕਿ ਸਾਰੇ ਪਲੇਅਰ ਵਧੀਆ ਖੇਡਦੇ ਸੀਗੇ। ਤੇ ਅਸੀਂ ਤਕਰੀਬਨ ਇੱਦਾਂ ਅਮਲੋਹ, ਭਾਰਸੋਂ, ਚਨਾਥਲ ਤੇ ਪਟਿਆਲਾ, ਬਸੀ, ਇਹ ਲੋਕਲ ਜਿੰਨੇ ਵੀ ਸਾਡੇ ਏਰੀਏ ਪੈਂਦੇ ਸੀਗੇ ਉੱਥੇ ਖੇਡ ਕੇ ਆਉਂਦੇ ਸੀਗੇ ਜੀ। ਹਾਂਜੀ। ਹਾਦਸਾ ਤੁਹਾਡੇ ਨਾਲ ਜ਼ਿੰਦਗੀ 'ਚ ਹੋਇਆ, ਪਹਿਲਾਂ ਹਾਦਸੇ ਤੋਂ ਕਿੱਦਾਂ ਦੀ ਜ਼ਿੰਦਗੀ ਸੀ ਤੇ ਬਾਅਦ ਵਿੱਚ ਫਿਰ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਢਾਲਿਆ? ਕਿਵੇਂ ਲੱਗਿਆ ਕਿ ਹੁਣ ਮੇਰਾ ਹੱਥ ਨਹੀਂ ਰਿਹਾ? ਕੀ ਸੋਚਦੇ ਹੋ? ਉਸ ਟਾਈਮ ਇੱਕ ਵਾਰ ਤਾਂ ਮਨ ਬਿਲਕੁਲ ਹੀ ਟੁੱਟ ਗਿਆ ਸੀਗਾ, ਕਿਉਂਕਿ ਮੈਂ ਸਾਰਾ ਕੁਛ ਜੋ ਮੇਰਾ ਸੱਜਾ ਹੱਥ ਕੱਟਿਆ ਸੀਗਾ, ਅਤੇ ਇਸੇ ਨਾਲ ਮੈਂ ਬੈਟਿੰਗ ਕਰਦਾ, ਇਸੇ ਨਾਲ ਬੋਲਿੰਗ ਕਰਦਾ ਸੀਗਾ, ਅਤੇ ਟੀਮ ਦੇ ਵਿੱਚ ਜੋ ਹੁਣ ਪਿੰਡ ਦੀ ਟੀਮ ਸੀਗੀ ਉਹਦੇ ਵਿੱਚ ਹੀ ਮੇਰੀ ਜਗ੍ਹਾ ਜਿਹੜੀ ਪਿੱਛੇ ਆ ਗਈ ਸੀਗੀ। ਕਿੱਥੇ ਮੈਂ ਸ਼ੁਰੂ ਦੇ ਵਿੱਚ ਸਟਾਰਟਿੰਗ ਕਰਦਾ ਸੀਗਾ ਮੈਚ ਦੀ, ਬੋਲਿੰਗ ਵੀ ਕਰਨੀ, ਬੈਟਿੰਗ ਵੀ ਕਰਨੀ, ਅਤੇ ਟੀਮ ਇਕੱਠੀ ਕਰਕੇ ਲੈ ਜਾਣੀ। ਅਤੇ ਜਦੋਂ ਤੋਂ ਮੇਰਾ ਹੱਥੋਂ ਕੱਟ ਗਿਆ ਸੀਗਾ, ਅਤੇ ਉਹ ਮਤਲਬ ਕਿ ਮੈਨੂੰ ਥੋੜ੍ਹਾ ਜਿਹਾ ਇੱਦਾਂ ਲੱਗੇਗਾ ਵੀ ਜਿਵੇਂ ਮੈਨੂੰ ਇਗਨੋਰ ਕਰਦੇ ਨੇ, ਕਿਉਂਕਿ ਹੁਣ ਜੋ ਮੈਂ ਪਹਿਲਾਂ ਗੇਮ ਸੀਗੀ ਮੇਰੀ ਉਹ ਨਹੀਂ ਰਹੀ ਸੀਗੀ। ਉਹਨਾਂ ਨੂੰ ਵੀ ਪਤਾ ਸੀਗਾ, ਚਲੋ ਮੈਨੂੰ ਵੀ ਪਤਾ ਸੀਗਾ, ਅਤੇ ਹੌਲੀ ਹੌਲੀ ਫਿਰ ਆਪਣੇ ਆਪ ਨੂੰ ਫਿਰ ਦੁਬਾਰਾ ਤੋਂ ਕ੍ਰਿਕਟ ਦੇ ਵਿੱਚ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ। 2.5 ਸਾਲ ਘਰਾਂ ਬੈਠਾ ਰਿਹਾ, ਜ਼ਖਮ ਹੋਇਆ ਰਿਹਾ, ਅਤੇ ਫਿਰ ਦੁਬਾਰਾ ਤੋਂ ਫਿਰ ਜਦੋਂ ਮੈਂ ਗਰਾਊਂਡ 'ਚ ਜਾਂਦਾ ਸੀਗਾ, ਉਹ ਮੁੰਡੇ ਖੇਡਦੇ ਸੀਗੇ, ਤਾਂ ਫਿਰ ਮੈਨੂੰ ਵੀ ਉਹ ਹੁੰਦਾ ਸੀਗਾ ਮੈਂ ਵੀ ਖੇਡਾਂ ਦੁਬਾਰਾ ਤੋਂ। ਹਾਂਜੀ। ਇਹ ਜੋ ਹਾਦਸਾ ਹੋਇਆ ਸੀਗਾ, ਕੀ ਕਰ ਰਹੇ ਸੀਗੇ ਜਦੋਂ ਇਹ ਹਾਦਸਾ ਵਾਪਰਿਆ? ਇਹ ਜੀ ਮੈਂ ਮੰਡੀ ਗੋਬਿੰਦਗੜ੍ਹ ਮਿੱਲ ਦੇ ਵਿੱਚ ਕੰਮ ਕਰਦਾ ਸੀਗਾ, ਅਤੇ ਉੱਥੇ ਲੋਹੇ ਨੂੰ ਪੀੜਿਆ ਜਾਂਦਾ, ਅਤੇ ਉਹਦੇ ਵੱਖ-ਵੱਖ ਆਕਾਰ ਦਿੱਤੇ ਜਾਂਦੇ ਨੇ, ਜਿੱਦਾਂ ਕਿ ਚੈਨਲ ਲਾ ਲਓ। ਸਾਡੇ ਕੋਲ ਚੱਲਦੀ ਸੀਗੀ ਉੱਥੇ ਮਿੱਲ ਦੇ ਵਿੱਚ ਕਮਾਣੀ ਜੀ, ਅਤੇ ਉਹ ਜਿੱਥੇ ਮਸ਼ੀਨ ਨੂੰ ਲੋਹੇ ਨੂੰ ਪੀੜਿਆ ਜਾਂਦਾ ਉਸ ਦੇ ਵਿੱਚ ਮੇਰਾ ਚੱਲਦੀ ਮਸ਼ੀਨ ਦੇ ਵਿੱਚ ਹੱਥ ਆ ਗਿਆ ਸੀਗਾ ਜੀ। ਹਾਂਜੀ। ਉਹਨਾਂ ਵੱਲੋਂ ਕੋਈ ਮਦਦ ਕੀਤੀ ਗਈ ਉਸ ਵੇਲੇ? ਹਾਂਜੀ, ਉਹਨਾਂ ਵੱਲੋਂ ਮੈਨੂੰ ਪੈਨਸ਼ਨ ਲੱਗੀ ਹੋਈ ਆ ਮਿੱਲ ਵੱਲੋਂ। ਹਾਂਜੀ, ਅਤੇ ESI ਕਾਰਡ ਬਣਿਆ ਹੋਇਆ ਸੀਗਾ, ਅਤੇ ਉਹਦੀ ਮੈਨੂੰ ਪੈਨਸ਼ਨ ਆਉਂਦੀ ਆ ਪਰ ਮੰਥ ਜੀ। ਹਾਂਜੀ। ਫਿਰ ਦਿਵਿਆਂਗ ਜਿਹੜੀ ਕ੍ਰਿਕਟ ਹੈ ਤੁਸੀਂ ਉਹ ਸ਼ੁਰੂਆਤ ਕੀਤੀ ਹੈ, ਮਨ ਦੇ ਵਿੱਚ ਨਿਰਾਸ਼ਾ ਤਾਂ ਆਈ ਹੋਣੀ ਇੱਕ ਵਾਰੀ ਵੀ ਯਾਰ ਮੈਂ ਵਧੀਆ ਹੁੰਦਾ ਸੀ, ਹੁਣ ਮੇਰੇ ਨਾਲ ਆਹ ਵਾਪਰ ਗਿਆ, ਅਤੇ ਫਿਰ ਉਸ ਪ੍ਰਤੀ ਉਤਸ਼ਾਹ ਕਿਵੇਂ ਜਾਗਿਆ ਤੁਹਾਡਾ? ਦੇਖੋ, ਜਦੋਂ ਮੈਂ ਜਰਨਲ ਦੇ ਵਿੱਚ ਖੇਡਦਾ ਸੀਗਾ ਉਦੋਂ ਮੇਰਾ ਮਤਲਬ ਕਿ ਸ਼ੁਰੂ ਤੋਂ ਸੁਪਨਾ ਸੀਗਾ ਵੀ ਮੈਂ ਇੰਡੀਆ ਵਾਸਤੇ ਕ੍ਰਿਕਟ ਖੇਡਣੀ ਆ, ਬਟ ਫਾਈਨੈਂਸ਼ੀਅਲ ਤੌਰ 'ਤੇ ਮੇਰੇ ਤੋਂ ਜਰਨਲ ਕ੍ਰਿਕਟ ਦੇ ਵਿੱਚ ਨਹੀਂ ਅੱਗੇ ਜ਼ਿਆਦਾ ਵਧਿਆ ਗਿਆ, ਅਤੇ ਸੁਪਨਾ ਸੀਗਾ ਕਿ ਇੰਡੀਆ ਵਾਸਤੇ ਖੇਡਣਾ, ਅਤੇ ਹੁਣ ਹੈਂਡੀਕੈਪ ਦੇ ਵਿੱਚ ਆ ਕੇ ਮੈਂ ਇੰਡੀਆ ਵਾਸਤੇ ਇੱਕ ਵਾਰ ਖੇਡ ਚੁੱਕਿਆ, ਅਤੇ ਉਹ ਮੈਨੂੰ ਬਹੁਤ ਚੰਗਾ ਲੱਗਦਾ, ਕਿਉਂਕਿ ਮੇਰਾ ਜਿਹੜਾ ਸੁਪਨਾ ਸੀਗਾ ਉਹ ਪੂਰਾ ਹੋ ਗਿਆ ਇੱਕ ਵਾਰ ਕਿ ਮੈਂ ਇੰਡੀਆ ਵੱਲੋਂ ਖੇਡ ਕੇ ਆਇਆ। ਅਤੇ ਹੁਣ ਇੰਡੀਆ ਟੀਮ ਵੱਲੋਂ ਬੰਗਾਲ ਸਟੇਟ ਵੱਲੋਂ ਮੈਂ ਬੰਗਲਾਦੇਸ਼ ਖੇਡਣ ਜਾ ਰਿਹਾ ਜੀ ਅਗਲੇ ਮਹੀਨੇ ਇੰਡੀਆ ਟੀਮ ਵੱਲੋਂ। ਹਾਂਜੀ। ਮੈਂ ਇੱਥੇ ਦੱਸ ਦੇਣਾ ਚਾਹੂੰਗਾ ਦਰਸ਼ਕਾਂ ਨੂੰ ਕਿ ਸੋਨੀ ਸਹੋਤਾ ਭਾਰਤੀ ਜਿਹੜੀ ਦਿਵਿਆਂਗ ਕ੍ਰਿਕਟ ਟੀਮ ਸੀ ਉਹਦੇ ਲਈ ਨੈਸ਼ਨਲ ਪੱਧਰ ਦੇ ਖਿਡਾਰੀ ਵਜੋਂ ਉਹਨਾਂ ਦੀ ਚੋਣ ਹੋਈ ਸੀ, ਖੇਡੇ ਵੀ ਨੇ, ਔਰ ਭਾਰਤ ਦੀਆਂ ਜਿਹੜੀਆਂ ਸਾਰੀਆਂ ਸਟੇਟਾਂ ਦੀ ਅਗਰ ਗੱਲ ਕਰ ਲਈ ਜਾਵੇ ਤਾਂ ਸਾਰੀਆਂ ਸਟੇਟਾਂ ਤੱਕ ਖੇਡ ਕੇ ਆਏ ਨੇ। ਅਤੇ ਫਿਰ ਕੀ ਯੋਗਦਾਨ ਸਰਕਾਰਾਂ ਦਾ ਰਿਹਾ ਇਸ ਮਾਮਲੇ ਦੇ ਵਿੱਚ? ਖਾਸ ਤੌਰ 'ਤੇ ਜੇ ਮੈਂ ਸੂਬਾ ਪੰਜਾਬ ਦੀ ਸਰਕਾਰ ਦੀ ਗੱਲ ਕਰਾਂ ਤਾਂ ਉਹਨਾਂ ਦਾ ਕੀ ਯੋਗਦਾਨ ਰਿਹਾ? ਕਦੇ ਕੋਈ ਕਿਸੇ ਨੇ ਬਾਂਹ ਫੜੀ ਜਾਂ ਕੋਈ ਕ੍ਰਿਕਟ ਕਲੱਬ ਇੱਥੋਂ ਦਾ ਰਿਹਾ ਕਿ ਉਹਨਾਂ ਨੇ ਆਖਿਆ ਵੀ ਬਈ ਸੋਨੀ ਵਧੀਆ ਖੇਡਦਾ ਅਤੇ ਇਹਨੂੰ ਅੱਗੇ ਲਿਆਉਣਾ ਚਾਹੀਦਾ? ਨਹੀਂ ਜੀ, ਸਰਕਾਰ ਵੱਲੋਂ ਮੇਰੀ ਅਜੇ ਤੱਕ 1 ਰੁਪਏ ਦੀ ਵੀ ਹੈਲਪ ਨਹੀਂ ਹੋਈ, ਅਤੇ ਮੈਂ ਲੀਡਰਾਂ ਕੋਲ ਵੀ ਜਾਇਆ, MLA ਕੋਲ ਵੀ ਜਾਇਆ, DC ਸਾਹਿਬ ਕੋਲ ਵੀ ਜਾਇਆ, ਅਤੇ ਹੋਰ ਤਾਂ ਹੋਰ ਖੇਡ ਸਪੋਰਟਸ ਫਤਿਹਗੜ੍ਹ ਸਾਹਿਬ ਦੇ ਜਿਹੜੇ ਸਪੋਰਟਸ ਅਫਸਰ ਨੇ ਉਹਨਾਂ ਕੋਲ ਵੀ ਜਾਇਆ, ਅਤੇ ਆਪਣੇ ਜਿਹੜੇ ਪੰਜਾਬ ਦੇ ਡਾਇਰੈਕਟਰ ਸਪੋਰਟਸ ਨੇ ਚੰਡੀਗੜ੍ਹ ਦੇ ਵਿੱਚ ਦਫ਼ਤਰ ਉੱਥੇ ਮੈਂ 2 ਵਾਰ ਜਾ ਆਇਆ, ਬਟ ਮੇਰੀ ਉੱਥੇ ਕੋਈ ਸੁਣਵਾਈ ਨਹੀਂ ਹੋ ਰਹੀ। ਹਾਂਜੀ। ਕਹਿੰਦੇ ਕੀ ਆ ਉਹ? ਤੁਸੀਂ ਜਦੋਂ ਜਾ ਕੇ ਦੱਸਦੇ ਹੋ ਵੀ ਇੰਨੇ ਮੇਰੇ ਸਰਟੀਫਿਕੇਟ ਆ, ਇੰਨੇ ਮੋਮੈਂਟੋ ਤੁਸੀਂ ਜਿਹੜੇ ਆ ਨੈਸ਼ਨਲ ਪੱਧਰ ਤੱਕ ਵੀ ਤੁਸੀਂ ਜਿੱਤੇ ਆ, ਕਹਿੰਦੇ ਕੀ ਫਿਰ ਅੱਗੋਂ? ਸਰ, ਅਸੀਂ ਉਹਨਾਂ ਨੂੰ ਦੱਸਦੇ ਹਾਂ ਜਾ ਕੇ ਵੀ ਸਾਡੀ ਪੰਜਾਬ ਦੀ ਡਿਸੇਬਲ ਦੀ ਟੀਮ ਆ, ਸਾਰੇ ਪਲੇਅਰ ਸਾਡੇ ਹੈਂਡੀਕੈਪ ਨੇ, ਕਿਉਂਕਿ ਹੁਣ ਮੈਂ ਪਿੱਛੇ ਜੇ ਖਬਰ ਪੜ੍ਹੀ ਆ ਕੈਪਟਨ ਸਰਕਾਰ ਅਤੇ ਆਪਣੇ ਜਿਹੜੇ ਖੇਡ ਮੰਤਰੀ ਨੇ ਸੋਢੀ ਰਾਣਾ ਜੀ, ਅਤੇ ਉਹਨਾਂ ਨੇ 95 ਲੱਖ ਰੁਪਏ ਦੀਆਂ ਕਿੱਟਾਂ ਜਿਹੜੀਆਂ ਜਰਨਲ ਪਲੇਅਰਾਂ ਅਨਾਊਂਸ ਕੀਤੀਆਂ ਨੇ, ਵੰਡੀਆਂ ਨੇ, ਅਤੇ ਅਸੀਂ ਵੀ ਤਾਂ ਪੰਜਾਬ ਵੱਲੋਂ ਹੀ ਖੇਡਦੇ ਹਾਂ, ਸਾਨੂੰ ਵੀ ਉਹਦੇ ਵਿੱਚੋਂ ਕੁਛ ਨਾ ਕੁਛ ਸਾਨੂੰ ਮਿਲਣਾ ਚਾਹੀਦਾ। ਅਸੀਂ ਵੀ ਪੰਜਾਬ ਵੱਲੋਂ ਖੇਡਦੇ ਹਾਂ, ਅਸੀਂ ਕਿਹੜਾ ਕਿਸੇ ਹੋਰ ਦੇਸ਼ ਵੱਲੋਂ ਖੇਡਦੇ ਹਾਂ ਜਾਂ ਕਿਸੇ ਹੋਰ ਦੇਸ਼ ਤੋਂ ਆਏ ਹੋਏ ਹਾਂ। ਅਸੀਂ ਵੀ ਆਪਣੇ ਪੰਜਾਬ ਸੂਬੇ ਦਾ ਨਾਮ ਉੱਚਾ ਕਰਨਾ ਚਾਹੁੰਦੇ ਹਾਂ। ਜੇ ਅਸੀਂ ਹੈਂਡੀਕੈਪ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਅਸੀਂ ਕੁਛ ਕਰ ਨਹੀਂ ਸਕਦੇ, ਕਿਉਂਕਿ ਸਾਰੇ ਪਲੇਅਰ ਜਦੋਂ ਤੁਸੀਂ ਦੇਖੋਗੇ ਤਾਂ ਚੌਂਕ ਜਾਓਗੇ ਵੀ ਕਿੱਦਾਂ ਇੱਕ ਲੱਤ ਦੇ ਨਾਲ ਭੱਜ ਕੇ ਬੋਲ ਕਰ ਰਹੇ ਨੇ, ਕਿੱਦਾਂ ਇੱਕ ਬਾਂਹ ਦੇ ਨਾਲ, ਇੱਕ ਹੱਥ ਦੇ ਨਾਲ ਚੌਕੇ ਛੱਕੇ ਵੱਜ ਰਹੇ ਨੇ, ਕਿੱਦਾਂ ਇੱਕ ਹੱਥ ਨਾਲ ਫੀਲਡਿੰਗ ਕੀਤੀ ਜਾਂਦੀ ਆ। ਇਹ ਚੀਜ਼ਾਂ ਸਰਕਾਰ ਪਤਾ ਨਹੀਂ ਕਿਉਂ ਸਾਡੇ 'ਤੇ ਜਿਹੜੀਆਂ ਨਿਗਾਹ ਨਹੀਂ ਜਾ ਰਹੀ ਸਰਕਾਰ ਦੀ। ਹੁਣ ਮੈਂ 2 ਵਾਰ ਉੱਥੇ ਜਾਇਆ ਸਪੋਰਟਸ ਅਫਸਰ, ਉਹਨਾਂ ਨੂੰ ਦੱਸਿਆ ਸੀਗਾ ਵੀ ਸਾਡੀ ਪੰਜਾਬ ਦੀ ਟੀਮ ਆ, ਵੀ ਸਾਨੂੰ ਖੇਡ ਦਾ ਸਮਾਨ ਦੇ ਦਿਓ ਸਿਰਫ, ਵੀ ਸਾਨੂੰ ਨੌਕਰੀ ਨਹੀਂ ਚਾਹੀਦੀ, ਸਾਨੂੰ ਕੋਈ ਪੈਸੇ ਨਹੀਂ ਚਾਹੀਦੇ,
ਸਾਨੂੰ ਸਿਰਫ ਖੇਡਾਂ ਦਾ ਸਮਾਨ ਦੇ ਦਿਓ ਤਾਂ ਕਿ ਅਸੀਂ ਆਪਣੀ ਗੇਮ ਨੂੰ ਅੱਗੇ ਹੋਰ ਜਿਹੜੇ ਵਧੀਆ ਤਰੀਕੇ ਨਾਲ ਖੇਡ ਸਕੀਏ, ਕਿਉਂਕਿ ਕ੍ਰਿਕਟ ਦੇ ਗਰਾਊਂਡ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਘੱਟ ਨੇ। ਅਕੈਡਮੀਆਂ ਦੇ ਵਿੱਚ ਜਾਣ ਜੋਗੇ ਅਸੀਂ ਨਹੀਂ ਹੈਗੇ, ਫਾਈਨੈਂਸ਼ੀਅਲ ਤੌਰ 'ਤੇ ਸਾਰੇ ਕਮਜ਼ੋਰ ਨੇ ਜਿੰਨੇ ਵੀ ਡਿਸੇਬਲ ਪਲੇਅਰ ਨੇ ਪੰਜਾਬ ਟੀਮ ਦੇ। ਅਤੇ ਅਸੀਂ ਹੁਣ ਇੱਥੇ ਇੱਕ ਆਪਣੇ ਪਟਿਆਲੇ ਅਕੈਡਮੀ ਆ, ਵਿਰਦੀ ਕ੍ਰਿਕਟ ਅਕੈਡਮੀ, ਅਤੇ ਉੱਥੇ ਜਿਹੜੇ ਕੋਚ ਨੇ ਉਹਨਾਂ ਨੇ ਸਾਨੂੰ ਉੱਥੇ ਇਨਵਾਈਟ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਥੋੜ੍ਹਾ ਜੋ ਵੀ ਕ੍ਰਿਕਟ ਦਾ ਗੇਮ ਦਾ ਤੁਸੀਂ ਨੈੱਟ ਵਗੈਰਾ ਲਾਉਣੇ ਹੋ, ਕ੍ਰਿਕਟ ਦੀ ਕੋਚਿੰਗ ਵਾਸਤੇ ਤੁਸੀਂ ਸਾਡੇ ਕੋਲ ਆ ਸਕਦੇ ਹੋ ਬਿਲਕੁਲ ਫਰੀ ਜੀ। ਹਾਂਜੀ, ਬਟ ਸਰਕਾਰ ਵੱਲੋਂ ਸਾਨੂੰ ਕੁਛ ਨਹੀਂ, ਨਾ ਕਿੱਟਾਂ। ਪਿੰਡਾਂ ਵਿੱਚ ਵੀ ਤਾਂ ਕਿੱਟਾਂ ਵੰਡ ਰਹੇ ਨੇ, ਅਸੀਂ ਤਾਂ ਫਿਰ ਵੀ ਸਾਡੀ ਨੈਸ਼ਨਲ ਦੀ ਟੀਮ ਆ ਪੰਜਾਬ ਦੀ, ਅਤੇ ਮੈਂ ਇੰਨੇ ਸਟੇਟਾਂ ਵਿੱਚ ਖੇਡਿਆ ਆ, ਅਤੇ ਇਹ ਬਿਲਕੁਲ ਵੀ ਇਹਨਾਂ ਨੂੰ ਗੌਰ ਨਹੀਂ ਜਾ ਰਹੀ। ਹਾਂਜੀ। ਸਭ ਤੋਂ ਪਹਿਲਾਂ ਫਿਰ ਜਦੋਂ ਇਹ ਹਾਦਸਾ ਹੁੰਦਾ ਉਸ ਤੋਂ ਬਾਅਦ ਉਸ ਸਾਲ ਕਿੰਨਾ ਕੁ ਟਾਈਮ ਜਿਹੜਾ ਸੀਗਾ ਕਿ ਜਿਸ ਹਾਦਸੇ ਵਿੱਚੋਂ ਤੁਸੀਂ ਲੰਘੇ ਹੋ, ਕਿਸ ਤਰੀਕੇ ਮਹਿਸੂਸ ਹੁੰਦਾ ਸੀ ਕਿ ਹੁਣ ਆਹ ਬਣ ਗਿਆ ਕਿ ਮੈਂ ਕੁਝ ਕਰ ਪਾਊਂਗਾ ਜਾਂ ਨਹੀਂ ਕਰ ਪਾਊਂਗਾ? ਹਾਂਜੀ, ਜਦੋਂ ਹੱਥ ਦਾ ਜ਼ਖਮ ਹੋਇਆ ਜੀ, ਮੈਂ ਘਰਾਂ ਸਾਲ ਬੈਠਾ ਰਿਹਾ, ਸਾਲ ਡੇਢ ਸਾਲ ਬੈਠਾ ਸੋਚੀ ਜਾਣਾ। ਹੁਣ ਸਾਰੇ ਮੁੰਡੇ ਜਦੋਂ ਬਾਕੀ ਤੁਰੀ ਫਿਰੀ ਰਹਿੰਦੇ ਸੀਗੇ, ਮੈਂ ਘਰਾਂ ਬੈਠਾ ਰਹਿਣਾ, ਮੇਰੇ ਦਿਮਾਗ ਦੇ ਵਿੱਚ ਉਲਟੀਆਂ ਸਿੱਧੀਆਂ ਗੱਲਾਂ ਆਈ ਜਾਂਦੀਆਂ, ਹੁਣ ਕੀ ਬਣੂਗਾ। ਹੱਥ ਨੂੰ ਸੋਚ ਕੇ ਹੋਰ ਟੈਨਸ਼ਨ ਪਈ ਜਾਂਦੀ, ਦਿਮਾਗ ਘਰਦਿਆਂ ਨੂੰ ਟੈਨਸ਼ਨ, ਮੰਮੀ ਡੈਡੀ ਸਾਰੇ ਟੈਨਸ਼ਨ 'ਚ ਰਹਿੰਦੇ ਨੇ ਵੀ ਹੁਣ, ਕਿਉਂਕਿ ਘਰ ਦੇ ਵਿੱਚ ਹੁਣ ਮੈਂ ਵੱਡਾ ਸੀਗਾ ਸਭ ਤੋਂ, ਅਤੇ ਮੇਰੇ ਹੀ ਹੱਥ ਕੱਟ ਗਿਆ। ਨਹੀਂ, ਨਾਲੇ ਘਰੋਂ ਕੋਈ ਹੈਲਪ ਨਹੀਂ ਹੈ ਨਾ, ਘਰੋਂ ਵੀ ਮਜ਼ਦੂਰੀ ਜਿਹੜੀ ਆ ਪਰਿਵਾਰ ਤੁਹਾਡਾ ਕਰ ਰਿਹਾ ਸੀ, ਪਤਾ ਲੱਗਾ? ਚਲੋ ਹੁਣ ਮੈਂ ਸਟਾਰਟਿੰਗ ਦੇ ਵਿੱਚ ਜਦੋਂ ਕੰਮ ਕਰਨ ਲੱਗਿਆ ਸੀਗਾ, ਡੇਢ ਸਾਲ ਦੇ ਵਿੱਚ ਮੇਰਾ ਹੱਥ ਹੋ ਗਿਆ ਸੀਗਾ। ਅਤੇ ਜਦੋਂ ਇੱਕ ਜਵਾਨ ਪੁੱਤ ਦਾ ਇੱਦਾਂ ਕੋਈ ਹਾਦਸਾ ਹੁੰਦਾ, ਮਾਂ ਬਾਪ ਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈ, ਕਿਉਂਕਿ ਉਹੀ ਉਹਨਾਂ ਨੂੰ ਹੁੰਦਾ ਵੀ ਚਲੋ ਕਮਾਣੇ ਵਾਲਾ ਹੋ ਗਿਆ ਇੱਕ, ਪਰ ਹੁਣ ਜਦੋਂ ਹੱਥ ਹੋ ਗਿਆ ਫਿਰ ਸਾਰਿਆਂ ਨੂੰ ਟੈਨਸ਼ਨ ਪੈ ਗਈ, ਸਾਰੇ ਘਰਦਿਆਂ ਦੇ ਦਿਮਾਗ ਦੇ ਸਾਰਿਆਂ ਦਾ ਉਹ ਹੋ ਗਿਆ ਜੀ। ਅਤੇ ਹੌਲੀ ਹੌਲੀ ਫਿਰ ਮੈਂ ਰਾਜ ਮਿਸਤਰੀ ਕੋਲ ਦਿਹਾੜੀ ਕਰਨ ਲੱਗਿਆ ਜੀ। ਹਾਂਜੀ, ਜਿਹੜਾ ਵੀ ਕੰਮ ਮੈਨੂੰ ਮਿਲਦਾ ਸੀਗਾ ਮੈਂ ਕਰਦਾ ਸੀਗਾ। ਹਾਂਜੀ, ਬਸ ਮੈਨੂੰ ਬਾਕੀਆਂ ਨਾਲੋਂ ਥੋੜ੍ਹੇ ਜਿਹੇ ਕੁਛ ਘੱਟ ਪੈਸੇ ਮਿਲ ਜਾਂਦੇ ਸੀਗੇ, ਬਟ ਐਂ ਵੀ ਕਦੇ ਹਿੰਮਤ ਨਹੀਂ ਹਾਰੀ ਹੈਗੀ। ਕੀ ਪਾਪੜ ਵੇਲੇ ਫਿਰ ਇੰਨੇ ਸਮੇਂ ਤੋਂ? ਮੈਂ ਦੇਖੋ ਜੀ, ਮੈਂ ਲੇਬਰ ਦਾ ਕੰਮ ਵੀ ਕੀਤਾ ਅਤੇ ਪਲੰਬਰ ਦਾ ਕੰਮ ਵੀ ਕੀਤਾ, ਦਿਹਾੜੀਆਂ 'ਤੇ ਜਾਂਦਾ ਸੀਗੇ, ਅਤੇ ਹੋਰ ਮੱਕੀ ਦੀਆਂ ਟਰਾਲੀਆਂ ਭਰਦੇ ਸੀਗੇ ਵੱਢ ਕੇ ਖੇਤਾਂ ਦੇ ਵਿੱਚੋਂ। ਹਾਂਜੀ, ਅਤੇ ਜੋ ਕੰਮ ਮਿਲਦਾ ਸੀਗਾ ਕਰਦੇ ਸੀਗੇ। ਹਾਂਜੀ। ਫਿਰ ਇੱਕੋ ਦਮ ਜਿਵੇਂ ਹੁਣ ਤੁਸੀਂ ਦਿਵਿਆਂਗ ਕ੍ਰਿਕਟ ਦੀ ਗੱਲ ਕਰਦੇ ਹੋ, ਉਸ ਟੀਮ 'ਚ ਕਿੱਦਾਂ ਫਿਰ ਸ਼ਾਮਲ ਹੋਇਆ? ਕਿਹੜੀ ਚੀਜ਼ ਨੇ ਉਤਸ਼ਾਹ ਦਿੱਤਾ ਸੀਗਾ ਵੀ ਤੁਸੀਂ ਉਧਰ ਮੋੜਾ ਪਾ ਲਿਆ ਫਿਰ? ਸਰ, ਜਦੋਂ ਮੈਂ ਘਰ ਬੈਠਾ ਸੀਗਾ ਉਦੋਂ ਟੀਵੀ ਦੇ ਵਿੱਚ ਮੈਚ ਚੱਲਦਾ ਪਿਆ ਸੀਗਾ ਇੱਕ ਹੈਂਡੀਕੈਪ ਦਾ, ਅਤੇ ਫਿਰ ਮੈਂ ਦੇਖਿਆ ਵੀ ਇਹ ਸਾਰੇ ਹੈਂਡੀਕੈਪ ਨੇ, ਅਤੇ ਹੌਲੀ ਹੌਲੀ ਫਿਰ ਨੈੱਟ 'ਤੇ ਸਰਚ ਕੀਤਾ ਅਤੇ ਕਿਸੇ ਤੋਂ ਪਤਾ ਕੀਤਾ ਵੀ ਹੈਂਡੀਕੈਪ ਕਿੱਦਾਂ ਜਾ ਸਕਦਾ ਕ੍ਰਿਕਟ ਟੀਮ 'ਚ। ਫਿਰ ਪੰਜਾਬ ਦੀ ਟੀਮ ਬਣੀ ਹੋਈ ਸੀਗੀ ਹੈਂਡੀਕੈਪ ਦੀ, ਫਿਰ ਉਹਨਾਂ ਨਾਲ ਕੰਟੈਕਟ ਕੀਤਾ। ਫਿਰ ਉਹਨਾਂ ਵੱਲੋਂ ਮੈਂ ਪਹਿਲਾ ਜਿਹੜਾ ਟੂਰ ਸੀਗਾ ਹਿਮਾਚਲ ਪ੍ਰਦੇਸ਼ ਕੁੱਲੂ ਮਨਾਲੀ ਲਾ ਕੇ ਆਇਆ ਸੀਗਾ, ਅਤੇ ਉੱਥੋਂ ਜਿਹੜੀ ਮੇਰੀ ਕ੍ਰਿਕਟ ਦੀ ਜਿਹੜੀ ਆ ਦੁਬਾਰਾ ਤੋਂ ਸ਼ੁਰੂਆਤ ਹੋ ਚੁੱਕੀ ਸੀਗੀ। ਹਾਂਜੀ। ਸਭ ਤੋਂ ਜ਼ਿਆਦਾ ਕਿੱਥੇ ਆਨੰਦ ਆਇਆ ਖੇਡ ਕੇ? ਅਤੇ ਮੈਨੂੰ ਪਤਾ ਲੱਗਿਆ ਵੀ ਬੰਬੇ ਵੀ ਤੁਸੀਂ ਸੁਨੀਲ ਸ਼ੈੱਟੀ ਹੋਰਾਂ ਨਾਲ ਵੀ ਖੇਡ ਕੇ ਆਏ ਹੋ। ਹਾਂਜੀ, ਮੈਂ ਮੁੰਬਈ 2016-17 ਦੇ ਵਿੱਚ ਇੰਡੀਆ ਟੀਮ ਵੱਲੋਂ ਖੇਡ ਕੇ ਆਇਆ ਜੀ। ਅਤੇ ਹਾਂਜੀ, ਸੈਲੀਬ੍ਰਿਟੀ ਕ੍ਰਿਕਟ ਲੀਗ ਦੇ ਜਿੰਨੇ ਵੀ ਪਲੇਅਰ ਸੀਗੇ ਉਹ ਸਾਰੇ ਸਾਡੇ ਨਾਲ ਮੈਚ ਖੇਡਣ ਆਏ ਸੀਗੇ। ਉੱਥੇ ਗੋਰੇਗਾਂਵ ਸਪੋਰਟਸ ਕਲੱਬ ਪੈਂਦਾ ਮੁੰਬਈ ਦੇ ਵਿੱਚ, ਅਤੇ ਉੱਥੋਂ ਖੇਡਿਆ, ਅਤੇ ਉਹ ਪੂਰੇ ਮੈਚ ਦੇ ਵਿੱਚ ਮੇਰੇ 2 ਛੱਕੇ ਸੀਗੇ, ਅਤੇ ਉੱਥੋਂ ਮੇਰਾ ਕਾਫੀ ਇਨਾਮ ਜਿਹੜਾ ਹੋ ਗਿਆ ਸੀਗਾ। ਅਤੇ ਐਪਰੀਸ਼ੀਏਟ ਕੀਤਾ ਲੋਕਾਂ ਨੇ ਕਾਫੀ? ਹਾਂਜੀ, ਬਹੁਤ ਐਪਰੀਸ਼ੀਏਟ ਕੀਤਾ। ਉੱਥੇ ਕਾਫੀ ਵੱਡੇ ਵੱਡੇ ਸੈਲੀਬ੍ਰਿਟੀ ਆਏ ਸੀਗੇ, ਅਤੇ ਉਹਨਾਂ ਨਾਲ ਬੈਠਣ ਦਾ ਮੌਕਾ ਮਿਲਿਆ। ਉਹ ਇੱਦਾਂ ਸਮਝ ਲਓ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਜਿਹੜਾ ਉਹ ਸੀਗਾ ਉਹ ਟਾਈਮ। ਖੂਬਸੂਰਤ ਪਲ ਮਾਣੇ ਉੱਥੇ ਬਹਿ ਕੇ ਏਡੇ ਵੱਡੇ ਲੋਕਾਂ ਦੇ ਵਿੱਚ? ਉਹਨਾਂ 'ਚ ਬੈਠ ਕੇ ਇੱਦਾਂ ਲੱਗਦਾ ਸੀ ਮੈਂ ਵੀ ਇੱਕ ਸਟਾਰ ਹਾਂ, ਕਿਉਂਕਿ ਉਹ ਮੇਰੀ ਬਹੁਤ ਜ਼ਿਆਦਾ ਤਾਰੀਫ ਕਰਦੇ ਸੀਗੇ ਵੀ ਇੱਕ ਹੱਥ ਨਾਲ ਤਾਂ ਕਿੱਦਾਂ ਛੱਕੇ ਮਾਰਤੇ। ਸਾਬਿਰ ਆਲੂਵਾਲੀਆ ਕੁਮਕੁਮ ਬਾਗੇ ਦੇ ਵਿੱਚ ਆਉਂਦੇ ਨੇ, ਅਤੇ ਉਹਨਾਂ ਨੂੰ ਮੈਂ ਹਾਂਜੀ ਉਹ 2 ਛੱਕੇ ਉਹਨਾਂ ਨੂੰ ਮੈਂ ਮਾਰੇ ਸੀਗੇ, ਅਤੇ ਉਹ ਮੈਨੂੰ ਹੱਸ ਕੇ ਆ ਕੇ ਬੋਲਣ ਲੱਗ ਗਏ, ਯਾਰ ਮੇਰੇ ਕੋਈ ਕਿਉਂ ਮਾਰ ਰਹੇ, ਬਾਕੀ ਕੋਈ ਮਾਰੋ, ਸਭ ਦੇਖ ਰਹੇ ਹੈ। ਉਹ ਟਾਈਮ ਬਹੁਤ ਵਧੀਆ ਸੀਗਾ ਜੀ। ਹਾਂਜੀ। ਉੱਥੇ ਲੱਗਿਆ ਵੀ ਉਹਨਾਂ ਕੋਲ ਕੋਈ ਸਪੋਰਟ ਕਦੇ ਮਿਲੀ ਹੋਵੇ ਇੱਦਾਂ ਦੀ, ਜਾਂ ਉੱਥੇ ਉਹਨਾਂ ਤੱਕ ਗੱਲ ਪਹੁੰਚੀ ਹੋਵੇ ਵੀ ਉਹ ਉੱਧਰੋਂ ਜਿਹੜੀਆਂ ਟੀਮਾਂ ਬਣੀਆਂ ਜਾਂ ਫਿਰ ਉਹਨਾਂ ਦੇ ਕੋਈ ਕਲੱਬ ਬਣੇ ਉਹਨਾਂ ਨੂੰ ਕੋਈ ਮਦਦ ਆਈ ਹੋਵੇ ਕਦੇ? ਸਰ, ਉਹਨਾਂ ਨੇ ਮੈਨੂੰ ਆਪਣੇ ਮੂੰਹੋਂ ਕਿਹਾ ਸੀਗਾ ਵੀ ਤੈਨੂੰ ਅਸੀਂ CCL ਦੇ ਵਿੱਚ ਖੇਡਣ ਦਾ ਮੌਕਾ ਦੇਵਾਂਗੇ, ਬਟ ਜੋ ਸਾਨੂੰ ਲੈ ਕੇ ਗਏ ਸੀਗੇ ਬਸ ਉਹਨਾਂ ਨੇ ਸਾਡੀ ਅੱਗੇ ਜਿਹੜੀ ਗੱਲ ਹੋਣ ਹੀ ਨਹੀਂ ਦਿੱਤੀ ਦੁਬਾਰਾ ਤੋਂ। ਅਤੇ ਬਸ ਉਸ ਤੋਂ ਬਾਅਦ ਫਿਰ ਉਹਨਾਂ ਨਾਲ ਖੇਡਾਂ ਅਸੀਂ ਛੱਡਤਾ ਸੀਗਾ, ਅਤੇ ਫਿਰ ਦੂਜੀ ਜਿਹੜੀ ਆਪਣੀ ਅਜੀਤ ਵਾਡੇਕਰ ਸਰ ਦੀ ਐਸੋਸੀਏਸ਼ਨ ਸੀਗੀ, ਅਤੇ ਉਹਨਾਂ ਦੇ ਵਿੱਚ ਖੇਡਦੇ ਹਾਂ। ਅਤੇ ਉਹ ਸਾਡੀ ਐਸੋਸੀਏਸ਼ਨ ਦੇ ਵਿੱਚ ਘੱਟੋ ਘੱਟ ਹਰ ਸਟੇਟ ਦੀ ਟੀਮ ਆ, ਅਤੇ ਬਹੁਤ ਵਧੀਆ ਮੈਚ ਕਰਵਾਉਂਦੇ ਨੇ, ਅਤੇ ਰਹਿਣ ਦਾ ਖਾਣ ਪੀਣ ਦਾ ਬਹੁਤ ਵਧੀਆ ਅਰੇਂਜਮੈਂਟ ਹੁੰਦਾ ਜੀ। ਹਾਂਜੀ। ਸੋਨੀ, ਬਹੁਤ ਸਾਰੇ ਸਰਟੀਫਿਕੇਟ ਮਿਲੇ, ਮੋਮੈਂਟੋ ਮਿਲੇ, ਅਖਬਾਰਾਂ ਵਿੱਚ ਤੁਹਾਡੀ ਚਰਚਾ ਹੋਈ, ਲੋਕਾਂ ਤੱਕ ਵੀ ਪੁੱਜੀ,
ਕਿਸੇ ਨੇ ਇਸ ਤਰ੍ਹਾਂ ਮਦਦ ਕੀਤੀ ਕਦੇ ਆ ਕੇ ਵੀ ਸੋਨੀ ਦੀ ਇਹ ਹਾਲਤ ਆ, ਉਹ ਇੰਨੀ ਗਰੀਬੀ ਚੋਂ ਲੰਘ ਰਿਹਾ ਹੈਗਾ ਕਿਉਂਕਿ ਕੋਈ ਕੰਮ ਨਹੀਂ ਹੈਗਾ ਹੈ ਨਾ, ਇੱਕ ਟਿਕਾਊ ਕੰਮ ਹੁੰਦਾ ਉਹ ਵੀ ਇੱਥੇ ਤਾਂ ਜਿਹੜੇ ਪੂਰੇ ਸੂਰੇ ਆ ਉਹਨਾਂ ਨੂੰ ਕੰਮ ਨਹੀਂ ਮਿਲਦੇਗੇ। ਤੇ ਗੱਲ ਇਹ ਇੱਥੇ ਤਾਂ ਫਿਰ ਹੁਣ ਇੱਕ ਤਰ੍ਹਾਂ ਆਮ ਜਿਵੇਂ ਸਮਾਜ 'ਚ ਅਸੀਂ ਗੱਲ ਕਰਦੇ ਹਾਂ ਕਿ ਵਿਕਲਾਂਗਤਾ ਜਿਹੜੀ ਹੈ ਉਹ ਸਭ ਤੋਂ ਵੱਡਾ ਰੋਗ ਹੈ, ਠੀਕ ਆ, ਕਹਿ ਸਕਦੇ ਹਾਂ। ਤਾਂ ਫਿਰ ਇਸ ਤਰੀਕੇ ਕਿਸੇ ਨੇ ਬਾਂਹ ਫੜੀ? ਹਾਂਜੀ, ਆਪਣੇ ਇੱਕ ਸਭ ਤੋਂ ਪਹਿਲਾਂ ਤਾਂ ਸਰਹੰਦ ਦੇ ਵਿੱਚ ਜੁਗਨੀ ਗਰੁੱਪ ਆ ਜੀ। ਹਾਂਜੀ, ਗੁਰਵਿੰਦਰ ਸਿੰਘ ਜੁਗਨੀ ਪ੍ਰਧਾਨ ਨੇ, ਤੇ ਇੱਕ ਵੀਰ ਆਪਣੇ ਗੁਰਪ੍ਰੀਤ ਸਿੰਘ ਵਿੱਕੀ ਨੇ ਜੋ ਕਿ ਗਰੁੱਪ ਦੇ ਸਲਾਹਕਾਰ ਨੇ। ਤਾਂ ਉਹਨਾਂ ਨੇ ਮੇਰੀ ਹੁਣ ਬੰਗਲਾਦੇਸ਼ ਦੌਰੇ ਵਾਸਤੇ 10,000 ਰੁਪਏ ਦੀ ਮਦਦ ਕੀਤੀ ਆ, ਤੇ ਉਹ ਕਹਿੰਦੇ ਵੀ ਅਸੀਂ ਹੋਰ ਵੀ ਤੇਰੀ ਜਿਹੜੀ ਆ ਮਦਦ ਅਸੀਂ ਕਰਾਂਗੇ। ਤੇ ਇੱਕ ਆਪਣੇ ਅਮਰੀਕਾ ਦੇ ਵਿੱਚ ਸੈਕਟਾਊਨ ਕ੍ਰਿਕਟ ਕਲੱਬ ਆ ਜੀ, ਤੇ ਉਹਦੇ ਵਿੱਚ ਸਾਰੇ ਪੰਜਾਬੀ ਮੁੰਡੇ ਖੇਡਦੇ ਨੇ, ਤੇ ਉਹ ਸਾਰੇ ਉੱਧਰ ਕੰਮ ਕਰਦੇ ਨੇ, ਜੌਬ ਕਰਦੇ ਨੇ ਅਮਰੀਕਾ ਦੇ ਵਿੱਚ। ਤੇ ਉਹਨਾਂ ਨੇ ਮੇਰੀ ਨਿਊਜ਼ ਦੇਖ ਕੇ ਤੇ ਉਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ, ਤੇ ਉਹਨਾਂ ਨੇ ਮੈਨੂੰ ਇੱਕ ਰੁਜ਼ਗਾਰ ਆਪਣਾ ਕਰਨ ਨੂੰ ਕਿਹਾ ਸੀਗਾ, ਤੇ ਉਹਨਾਂ ਨੇ ਮੇਰੀ ਰੁਜ਼ਗਾਰ ਵਾਸਤੇ ਹੈਲਪ ਕੀਤੀ ਆ। ਤੇ ਹੁਣ ਮੈਂ ਫਾਸਟ ਫੂਡ ਦਾ ਜਿਹੜਾ ਕੰਮ ਉਹ ਸਟਾਰਟ ਕੀਤਾ ਜੀ, ਉਹਨਾਂ ਦੀ ਹੈਲਪ ਨਾਲ ਜੀ। ਹਾਂਜੀ, ਮੈਂ ਦੱਸ ਦੇਣਾ ਚਾਹੂੰਗਾ ਦਰਸ਼ਕਾਂ ਨੂੰ ਕਿ ਸੋਨੀ ਦੀ ਵੈਸੇ ਤਾਂ ਕੋਈ ਮਦਦ ਨਹੀਂ ਹੋਈ, ਸਰਕਾਰਾਂ ਨੇ ਬਾਂਹ ਨਹੀਂ ਫੜੀ, ਪਰ ਇੱਕ ਵਿਦੇਸ਼ੀ ਧਰਤੀ ਤੋਂ ਜਿਹੜਾ ਇੱਕ ਕ੍ਰਿਕਟ ਕਲੱਬ ਬਣਿਆ ਜਿਸ ਦਾ ਸੋਨੀ ਨੇ ਜ਼ਿਕਰ ਕੀਤਾ ਆ, ਉਹਨਾਂ ਵੱਲੋਂ ਮਦਦ ਭੇਜੀ ਆ ਤਾਂ ਕਿ ਇਹ ਨੌਜਵਾਨ ਆਪਣਾ ਜਿਹੜਾ ਰੁਜ਼ਗਾਰ ਆ ਉਹ ਚਲਾ ਸਕੇ। ਆਖਰ ਵੱਡੀ ਤਾਂ ਸਮੱਸਿਆ ਇਹੀ ਆਉਂਦੀ ਹੈ ਕਿ ਜਵਾਨੀ ਦੀ ਉਮਰੇ ਜਿਸ ਤਰੀਕੇ ਨਾਲ ਜ਼ਿੰਮੇਵਾਰੀਆਂ ਵੀ ਨੇ ਘਰ ਦੀਆਂ ਬਹੁਤ ਵੱਡੀਆਂ, ਤਾਂ ਉਸ ਕਰਕੇ ਉਹਨੂੰ ਕੋਈ ਰੁਜ਼ਗਾਰ ਤਾਂ ਚਾਹੀਦਾ ਸੀ, ਕੋਈ ਸਪੋਰਟ ਤਾਂ ਚਾਹੀਦੀ ਸੀ। ਜਿਸ ਤਰੀਕੇ ਤਸਵੀਰਾਂ ਤੁਹਾਨੂੰ ਉਹ ਵੀ ਅਸੀਂ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਆ ਇੱਕ ਫਾਸਟ ਫੂਡ ਦਾ ਕੰਮ ਜਿਹੜਾ ਆ ਉਹਨੂੰ ਸ਼ੁਰੂ ਕਰਵਾ ਕੇ ਦਿੱਤਾ ਆ, ਰੇਹੜੀ ਲਵਾ ਕੇ ਦਿੱਤੀ ਆ। ਸੋ ਫਿਰ ਕਿੱਥੇ ਪਿੰਡ 'ਚ ਹੀ ਕਰਦੇ ਹੋ ਕਿਤੇ ਬਾਹਰ ਜਾਂਦੇ ਹੋ ਲੈ ਕੇ ਰੇਹੜੀ? ਹਾਂਜੀ, ਮੈਂ ਦਿਨ ਦੇ ਵਿੱਚ ਸਵੇਰੇ 11 ਕੁ ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਇੱਥੇ ਸਾਡੇ ਫੈਕਟਰੀ ਆ ਜੀ, ਟਵਾਣਾ ਫੀਡ ਫੈਕਟਰੀ, ਤੇ ਉੱਥੇ ਮੈਂ ਜਾ ਕੇ ਲਗਾ ਲੈਂਦਾ। ਤੇ ਉਸ ਤੋਂ ਬਾਅਦ ਸ਼ਾਮ ਨੂੰ 6 ਵਜੇ ਤੋਂ ਬਾਅਦ ਮੈਂ ਆਪਣੇ ਪਿੰਡ ਆ ਜਾਣਾ ਤੇ ਘਰ ਦੇ ਮੂਹਰੇ ਲਾਉਣਾ, ਤੇ ਇੱਥੇ ਮੇਰੇ ਕੋਲ ਕਾਫੀ ਮਤਲਬ ਕਿ ਜਿਹੜੇ ਗਾਹਕ ਆਈ ਜਾਂਦੇ ਨੇ ਜੀ। ਕਿੰਨੀ ਕੁ ਵਿਕਰੀ ਹੋ ਜਾਂਦੀ ਆ, ਕੋਈ ਗੁਜ਼ਾਰੇ ਜੋਗੀ ਹੋ ਜਾਂਦੀ ਹੈ ਜਾਂ ਨਹੀਂ? ਹਾਂਜੀ, ਦੇਖੋ ਖਰਚਾ ਕੱਢ ਕੇ 400 ਰੁਪਈਆ ਬਚ ਜਾਂਦਾ ਜੀ। ਤੇ ਹਜੇ ਸਟਾਰਟਿੰਗ ਕੀਤਾ ਕੰਮ, ਤੇ ਹੌਲੀ ਹੌਲੀ ਪਤਾ ਲੱਗੋ ਕਿਉਂਕਿ ਅਜੇ ਤਾਂ ਪੈਸੇ ਲੱਗੇ ਹੀ ਨੇ, ਤੇ ਹੁਣ ਰੋਜ਼ ਡੇਲੀ ਖਰਚਾ ਹੁੰਦਾ, ਹਜੇ ਹਿਸਾਬ ਕਿਤਾਬ ਹੋ ਜੇ ਹੁਣ। ਕ੍ਰਿਕਟਰ ਦਾ ਇੱਕ ਸੁਪਨਾ ਤਾਂ ਸੀ ਅੱਗੇ ਜਾਣ ਦਾ, ਤੇ ਫਿਰ ਇਹ ਫਾਸਟ ਫੂਡ ਦਾ ਕੰਮ ਵੀ ਸਿੱਖਣਾ ਪਿਆ ਫਿਰ? ਹਾਂਜੀ, ਮੈਂ ਇੱਕ ਹਫ਼ਤਾ ਲਾ ਕੇ ਆਇਆ ਜੀ, ਤੇ ਹਾਂਜੀ ਮੈਂ ਉੱਥੋਂ ਕੰਮ ਸਿੱਖਿਆ ਉਹਨਾਂ ਕੋਲੋਂ ਵੀ ਕਿੱਦਾਂ ਜਿਹੜਾ ਸਮਾਨ ਤਿਆਰ ਹੁੰਦਾ। ਕਿਉਂਕਿ ਪਹਿਲਾਂ ਮੈਂ ਕਰਦਾ ਸੀਗਾ ਸਵੀਗੀ ਦੇ ਵਿੱਚ ਫੂਡ ਡਿਲੀਵਰੀ ਦਾ ਕੰਮ। ਹਾਂਜੀ, ਤੇ ਫਿਰ ਦੋ ਤਿੰਨ ਵਾਰ ਮੇਰੀ ਬੇਟੀ ਬਿਮਾਰ ਹੋ ਗਈ ਜੀ, ਤੇ ਫਿਰ ਮੈਂ ਵਾਰ ਚੰਡੀਗੜ੍ਹ ਤੋਂ ਆਉਣਾ ਬਹੁਤ ਮੁਸ਼ਕਿਲ ਲੱਗਦਾ ਸੀਗਾ। ਤੇ ਬੇਟੀ ਦਾ ਵੀ ਕਿਉਂਕਿ ਘਰ ਵਾਲੀ ਨੂੰ ਮੈਨੂੰ ਸੁਣਦਾ ਨਹੀਂ ਹੈਗਾ ਜੀ, ਤੇ ਉਹਨਾਂ ਨੂੰ ਬੋਲਣ ਦੀ ਪ੍ਰੋਬਲਮ ਆ। ਹਾਂਜੀ, ਤੇ ਜਦੋਂ ਫਿਰ ਬੇਟੀ ਨੂੰ ਦੌਰਾ ਵਗੈਰਾ ਪੈ ਜਾਂਦਾ ਜੀ, ਤੇ ਫਿਰ ਕਾਫੀ ਦਿੱਕਤ ਆਉਂਦੀ ਆ। ਤੇ ਇਸ ਕਰਕੇ ਹੁਣ ਮੈਂ ਮਤਲਬ ਕਿ ਆਪਣੇ ਕੰਮ ਤੋਰਿਆ ਸੀਗਾ, ਤੇ ਉਹ ਵੀਰਾਂ ਨੇ ਮੇਰੀ ਮਦਦ ਕੀਤੀ ਸੀਗੀ ਅਮਰੀਕਾ ਤੋਂ। ਤੇ ਉਹਨਾਂ ਨੂੰ ਮੈਂ ਦੱਸੀ ਸੀਗੀ ਪ੍ਰੋਬਲਮ, ਉਹਨਾਂ ਨੇ ਪੁੱਛਿਆ ਸੀਗਾ ਵੀ ਤੁਹਾਨੂੰ ਕੀ ਚਾਹੀਦਾ। ਉਹਨਾਂ ਦੱਸਿਆ ਵੀ ਕੋਈ ਮੈਨੂੰ ਆਪਣਾ ਕੋਈ ਕੰਮਕਾਰ ਤੋਰ ਕੇ ਮੇਰਾ ਕੰਮ ਤੁਰ ਜਾਵੇ, ਤਾਂ ਕਿ ਮੈਂ ਆਪਣਾ ਡੇਲੀ ਜਿਹੜਾ ਘਰ ਆ ਜਾਵਾਂ, ਆਪਣੇ ਬੱਚਿਆਂ ਦੇ ਵਿੱਚ ਰਹਾਂ, ਤਾਂ ਕਿ ਜਿਹੜੀ ਉਹਨਾਂ ਨੂੰ ਡੇਲੀ ਕੋਈ ਦਿੱਕਤ ਆਉਂਦੀ ਆ ਤਾਂ ਮੈਂ ਉਹਨਾਂ ਨਾਲ ਖੜਾ। ਹਾਂਜੀ, ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੁਹਾਡੇ 'ਤੇ ਆ? ਪਰਿਵਾਰ 'ਚ ਮੰਮੀ ਡੈਡੀ ਨੇ ਜੀ, ਇੱਕ ਛੋਟਾ ਬ੍ਰਦਰ ਆ, ਛੋਟੀ ਸਿਸਟਰ ਆ ਜੀ, ਤੇ ਉਹ ਦੋਨੋਂ ਅਨਮੈਰਿਡ ਨੇ। ਮੇਰੀ ਮੈਰਿਜ ਹੋ ਗਈ ਸੀਗੀ, ਤੇ ਇੱਕ ਮੇਰੇ ਕੋਲ ਬੇਟੀ ਆ, ਤੇ ਟੋਟਲ 6 ਜੀ ਆ ਜੀ ਅਸੀਂ। ਹਾਂਜੀ, ਹੁਣ ਸੁਪਨਾ ਕੀ ਆ, ਲੋੜ ਕੀ ਹੈ, ਕੀ ਚਾਹੁੰਦੇ ਹੋ ਹੁਣ? ਕਿ ਕ੍ਰਿਕਟਰ ਬਣ ਕੇ ਹੀ ਅੱਗੇ ਛਾਉਣਾ ਚਾਹੁੰਦੇ ਹੋ, ਜਾਂ ਫਿਰ ਸਰਕਾਰ ਤੋਂ ਕੋਈ ਮਦਦ ਇਸ ਤਰ੍ਹਾਂ ਦੀ ਚਾਹੁੰਦੇ ਹੋ ਕਿ ਜਾਂ ਕੋਈ ਕਲੱਬ ਵਗੈਰਾ ਇਸ ਤਰ੍ਹਾਂ ਦਾ ਖੜੋਤਾ ਹੋਵੇ, ਜਾਂ ਤੁਸੀਂ ਕੋਚਿੰਗ ਦੇ ਸਕੋ? ਜਿਵੇਂ ਦਿਵਿਆਂਗ ਦੀ ਅਗਰ ਕ੍ਰਿਕਟ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਵੱਲੋਂ ਇਹਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਟੂਰਨਾਮੈਂਟ ਕਰਾਉਣ ਦੀਆਂ? ਹਾਂਜੀ, ਮੈਂ ਹੁਣ ਸਰਕਾਰ ਤੋਂ ਤਾਂ ਇਹੀ ਚਾਹੁੰਦਾ ਵੀ ਜੇ ਹੋ ਸਕਦਾ, ਕਿਉਂਕਿ ਮੈਂ ਜੋਬ ਵਗੈਰਾ ਅਪਲਾਈ ਕਰਦਾ ਰਹਿੰਦਾ, ਮੈਂ ਘੱਟੋ ਘੱਟ ਵੀ ਹੁਣ ਤੱਕ ਮੈਂ 10 ਇੰਟਰਵਿਊ ਦੇ ਚੁੱਕੇ ਹਾਂ, ਤੇ ਇੰਟਰਵਿਊ ਹੁੰਦੇ ਉਸ ਤੋਂ ਬਾਅਦ ਮੇਰਾ ਰਿਜ਼ਲਟ ਆ ਜਿਹੜਾ ਨੈਗੇਟਿਵ ਹੀ ਆਉਂਦਾ, ਮਤਲਬ ਕਿ ਵੀ ਨਹੀਂ ਬਣਦਾ ਕੰਮ। ਤੇ ਹੁਣ ਵੀ ਮੈਂ ਇੱਕ ਇੰਟਰਵਿਊ ਦਿੱਤੀ ਹੋਈ ਆ, ਉਹਦਾ ਵੀ ਰਿਜ਼ਲਟ ਅਜੇ ਪੈਂਡਿੰਗ ਪਿਆ, ਹੁਣ ਦੇਖੋ ਕਦੋਂ ਆਉਂਦਾ ਉਹ। ਤੇ ਮੈਂ ਬਸ ਕਰਦੇ ਵੀ ਚੱਲ ਕੋਈ ਮੈਨੂੰ ਚਾਹੇ ਛੋਟੀ ਮੋਟੀ ਨੌਕਰੀ ਮਿਲ ਜਾਵੇ, ਤਾਂ ਕਿ ਜੇ ਮੈਂ ਆਪਣੇ ਪਰਿਵਾਰ ਦੇ ਵਿੱਚ ਰਹਾਂ ਤੇ ਮੈਂ ਆਪਣੀ ਗੇਮ ਨੂੰ ਵੀ ਜਿਹੜਾ ਅੱਗੇ ਵਧੀਆ ਤਰੀਕੇ ਨਾਲ ਚਲਾਉਂਦਾ ਰਹਾਂ, ਤੇ ਆਪਣੇ ਪੰਜਾਬ ਦਾ ਤੇ ਆਪਣੇ ਦੇਸ਼ ਦਾ ਜਿਹੜਾ ਨਾਮ ਰੌਸ਼ਨ ਕਰ ਸਕਾਂ। ਹਾਂਜੀ, ਜਦੋਂ ਦੂਜੇ ਦਿਵਿਆਂਗ, ਕਿਉਂਕਿ ਤੁਸੀਂ ਤਾਂ ਇੱਕ ਪੂਰੇ ਸੂਰੇ ਸੀ, ਤਾਂ ਇੱਕ ਹਾਦਸੇ ਨੇ ਇਸ ਤਰ੍ਹਾਂ ਬਣਾ ਦਿੱਤਾ, ਜਦੋਂ ਦਿਵਿਆਂਗ ਲੋਕਾਂ ਨੂੰ ਦੇਖਦੇ ਹੋ ਫਿਰ ਉਹਨਾਂ ਨੂੰ ਵੇਖ ਕੇ ਕੀ ਮਹਿਸੂਸ ਹੁੰਦਾ ਹੈ? ਕਿ ਹਿੰਮਤ ਜਿਹੜੇ ਲੋਕ ਹਾਰ ਜਾਂਦੇ ਨੇ, ਕਿ ਉਸ ਤਰੀਕੇ ਫਿਰ ਹਿੰਮਤ ਢਾਹ ਦੇਣੀ ਚਾਹੀਦੀ ਹੈ ਜਾਂ ਫਿਰ ਕੁਝ ਕਰਨਾ ਚਾਹੀਦਾ? ਨਹੀਂ ਜੀ ਨਹੀਂ, ਕਾਫੀ ਮੈਨੂੰ ਬਹੁਤ ਬੰਦੇ ਮਿਲਦੇ ਨੇ ਜੋ ਹੈਂਡੀਕੈਪ ਹੁੰਦੇ ਨੇ, ਤੇ ਹੁਣ ਮੈਂ ਉੱਥੇ ਕੰਮ ਵੀ ਕਰਦਾ ਦੇਖੋ ਰੇਹੜੀ 'ਤੇ, ਤੇ ਉਹ ਸਾਰੇ ਜਦ ਮੇਰਾ ਹੱਥ ਦੇਖਦੇ ਨੇ, ਯਾਰ ਵੀ ਕਮਾਲ ਆ ਤੂੰ, ਵੀ ਤੂੰ ਹੱਥ ਹੋਣ ਨਾ, ਇੱਕ ਹੱਥ ਨਹੀਂ ਹੈਗਾ ਤੇਰਾ, ਤੂੰ ਕੰਮ ਵੀ ਇਹ ਕਰ ਰਿਹਾ। ਇੱਥੇ ਜਿਹੜੇ ਦੋ ਹੱਥਾਂ ਵਾਲੇ, ਦੋ ਪੈਰਾਂ ਵਾਲੇ ਨੇ, ਉਹ ਵੀ ਵਿਹਲੇ ਬੈਠੇ ਨੇ ਘਰਾਂ, ਕੰਮ ਕਰਕੇ ਰਾਜੀ ਨਹੀਂ ਹੈਗੇ। ਇਹ ਤਾਂ ਹੁਣ ਦੇਖੋ ਆਪਣੀ ਆਪਣੀ ਸੋਚ ਆ ਸ਼ੁਰੂ ਤੋਂ, ਤੇ ਜਿਹੜੇ
ਬੁਰੇ ਵਕਤਾਂ 'ਚੋਂ ਨਿਕਲਦਾ ਬੰਦਾ, ਉਹਨੂੰ ਸਾਰਾ ਕੁਝ ਕਰਨਾ ਪੈਂਦਾ ਅਤੇ ਆਟੋਮੈਟਿਕਲੀ ਜ਼ਿੰਦਗੀ ਸਿਖਾ ਦਿੰਦੀ ਆ ਉਹ ਸਭ ਕੁਝ ਕਰਨਾ ਜੀ। ਹਾਂਜੀ। ਸੋ ਸੋਨੀ ਸਹੋਤਾ ਦੇ ਨਾਲ ਗੱਲਬਾਤ ਹੋਈ ਹੈ, ਹਿੰਮਤੀ ਨੌਜਵਾਨ ਹੈ, ਫਿਰ ਵੀ ਆਪਣੀਆਂ ਕੋਸ਼ਿਸ਼ਾਂ ਕਰ ਰਿਹਾ, ਪਰ ਇੱਕ ਆਸ ਤਾਂ ਹੈ ਕਿ ਇੱਕ ਦਿਨ ਉਹ ਜ਼ਰੂਰ ਕ੍ਰਿਕਟ ਦੇ ਵਿੱਚ ਆਪਣਾ ਜਿਹੜਾ ਮੁਕਾਮ ਹੈ ਉਹ ਬਣਾਵੇ, ਅੱਗੇ ਵਧੇ। ਪਰ ਇੱਥੇ ਇੱਕ ਸਵਾਲ ਸਰਕਾਰਾਂ ਦੇ ਉੱਤੇ ਖੜਾ ਹੁੰਦਾ ਆ, ਕਿਉਂ ਨਹੀਂ ਇਹੋ ਜਿਹੇ ਹੋਣਹਾਰ ਨੌਜਵਾਨਾਂ ਦੀ ਬਾਂਹ ਫੜਦੀਆਂ ਸਰਕਾਰਾਂ? ਕਿਉਂ ਇਸ ਮਾਮਲੇ ਵਿੱਚ ਚੁੱਪ ਰਹਿ ਜਾਂਦੀਆਂ ਨੇ? ਕਿਉਂ ਨਹੀਂ ਵਾਰ-ਵਾਰ ਅਜਿਹੇ ਨੌਜਵਾਨਾਂ ਵੱਲੋਂ ਜਿਹੜੀ ਮੰਗ ਕੀਤੀ ਜਾਂਦੀ ਆ ਉਹ ਪੂਰੀ ਕੀਤੀ ਜਾਂਦੀ? ਇਸ ਨੌਜਵਾਨ ਦੀਆਂ ਕਿੱਡੀਆਂ ਆਸਾਂ ਨੇ, ਆਖਰ ਨਜ਼ਰ ਕਿਉਂ ਨਹੀਂ ਆਇਆ ਹੁਣ ਤੱਕ ਸੋਨੀ ਸਹੋਤਾ? ਫਿਰ ਵੀ ਅਗਰ ਗੱਲ ਦਿਵਿਆਂਗੀ ਦੀ ਕਰ ਲਈ ਜਾਵੇ ਕਿ ਦਿਵਿਆਂਗ ਹੋ ਗਿਆ, ਦਿਵਿਆਂਗ ਹੋਣ ਤੋਂ ਬਾਅਦ ਵੀ ਉਸਨੇ ਇੰਨੀ ਹਿੰਮਤ ਦੇ ਨਾਲ ਜਿਹੜੇ ਆ ਹੁਣ ਤੱਕ ਨੈਸ਼ਨਲ ਪੱਧਰ ਦੇ ਉੱਤੇ ਜਾ ਕੇ ਕ੍ਰਿਕਟ ਖੇਡ ਦੇ ਵਿੱਚ ਆਪਣਾ ਇੱਕ ਮੁਕਾਮ ਹਾਸਲ ਕੀਤਾ ਹੈ। ਪਰ ਇੱਥੇ ਸਰਕਾਰ ਨੂੰ ਸੌਣਾ ਨਹੀਂ ਚਾਹੀਦਾ। ਕੱਲਾ ਸੋਨੀ ਹੀ ਨਹੀਂ, ਅਜਿਹੇ ਕਿੰਨੇ ਨੌਜਵਾਨ ਹੈ ਜਿਹੜੇ ਇਸ ਤਰੀਕੇ ਨਾਲ ਬੇਆਸ ਹੋ ਚੁੱਕੇ ਨੇ। ਜ਼ਿੰਦਗੀ ਬੇਆਸ ਦੇ ਉੱਤੇ ਨਹੀਂ ਟਿਕਦੀ, ਜ਼ਿੰਦਗੀ ਆਸ 'ਤੇ ਟਿਕੀ ਹੋਈ ਆ, ਅਤੇ ਆਸ ਇਹੀ ਹੈ ਕਿ ਇਸ ਤਰੀਕੇ ਉਸ ਦਾ ਨਾਮ ਜਿਹੜਾ ਆ ਅੱਗੇ ਵਧੇ, ਉਹ ਵੀ ਇੱਕ ਮੁਕਾਮ ਹਾਸਲ ਕਰੇ। ਔਰ ਇੱਕੋ ਜ਼ਿੰਦਗੀ ਦੇ ਵਿੱਚ ਜੇ ਸੱਚਮੁੱਚ ਹੀ ਉਸ ਦੀ ਕਿਸੇ ਨੇ ਬਾਂਹ ਫੜਨੀ ਆ ਤਾਂ ਮੈਂ ਉਹਨਾਂ ਲੋਕਾਂ ਨੂੰ ਵੀ ਜਿਹੜੇ ਔਨ ਏਅਰ ਦਾ ਇਹ ਪ੍ਰੋਗਰਾਮ ਦੇਖ ਰਹੇ ਆ ਉਹਨਾਂ ਨੂੰ ਜ਼ਰੂਰ ਕਹੂੰਗਾ ਕਿ ਸੋਨੀ ਦੀ ਇਸ ਮਾਮਲੇ ਦੇ ਉੱਤੇ ਜ਼ਰੂਰ ਮਦਦ ਕਰਨੀ ਚਾਹੀਦੀ ਹੈ, ਤਾਂ ਕਿ ਉਹਦੇ ਰਾਹ ਦੇ ਵਿੱਚ ਗਰੀਬੀ ਕਿਤੇ ਰੋੜਾ ਨਾ ਬਣੇ। ਉਸ ਨੂੰ ਮਜਬੂਰੀ ਵਸ ਜਿਸ ਤਰੀਕੇ ਨਾਲ ਪਰਿਵਾਰ ਦੇ ਇੰਨੇ ਜੀਆਂ ਦਾ ਬੋਝ ਉਹਦੇ ਉੱਤੇ ਆ ਕਿ ਉਸ ਨੂੰ ਇਸ ਤਰੀਕੇ ਰੇਹੜੀ ਲਾਉਣ ਨੂੰ ਮਜਬੂਰ ਨਾ ਹੋਣਾ ਪਵੇ, ਕਿਉਂਕਿ ਉਸ ਦੇ ਅੰਦਰ ਇੱਕ ਹੁਨਰ ਹੈ, ਤਾਂ ਲੋੜ ਹੈ ਉਸ ਹੁਨਰ ਨੂੰ ਪਛਾਣਨ ਦੀ। ਕਿਸ ਤਰੀਕੇ ਲੱਗਿਆ ਪ੍ਰੋਗਰਾਮ, ਇਸ ਬਾਰੇ ਜ਼ਰੂਰ ਦੱਸਣਾ। ਕੈਮਰਾਮੈਨ ਯਾਦਵਿੰਦਰ ਦੇ ਨਾਲ ਕਮਲਜੀਤ ਸਿੱਧੂ, ਔਨ ਏਅਰ।